ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ ਅਗਮ ਅਗੋਚਰ। ਸਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਪਹਿਲਾ। ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ। ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ। ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ। ਸੂਤਕ ਕਿਉ ਕਰ ਰਖੀਐ ਸੂਤਕ ਪਵੈ ਰਸੋਏ। ਨਾਨਕ ਸੂਤਕ ਏਵ ਨਾ ਉਤਰੈ ਗਿਆਨ ਉਤਾਰੇ ਧੋਏ। ਮਹਲਾ ਪਹਿਲਾ। ਮਨ ਕਾ ਸੂਤਕ ਲੋਭ ਹੈ ਜੀਵਾ ਸੂਤਕ ਕੂੜ। ਅੱਖੀ ਸੂਤਕ ਵੇਖਣਾ ਪਰ ਤ੍ਰਿਆ ਪਰ ਤਨ ਰੂਪ। ਕੰਨੀ ਸੂਤਕ ਕੰਨ ਪੈ ਲਾਇਤ ਵਾਰੀ ਖਾਏ। ਨਾਨਕ ਹੰਸਾ ਆਦਮੀ ਬੱਧੇ ਜਮਪੁਰ ਜਾਏ। ਕੰਨੀ ਸੂਤਕ ਕੰਨ ਪੈ ਲਾਇਤ ਵਾਰੀ ਖਾਏ। ਨਾਨਕ ਹੰਸਾ ਆਦਮੀ ਬੱਧੇ ਜਮਪੁਰ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਸਾਧ ਸੰਗਤ ਜੀਓ। ਗੁਰਬਾਣੀ ਦੀ ਜੋ ਪਾਵਨ ਕਥਾ ਲੜੀਵਾਰ ਆਪ ਸਰਵਣ ਕਰਦੇ ਹੋ, ਤਿਸ ਦੇ ਤਹਿਤ ਆਸਾ ਕੀ ਵਾਰ ਦੀ 18ਵੀਂ ਪੌੜੀ ਦੇ ਨਾਲ ਜੋ 3 ਸ਼ਲੋਕ ਆਏ ਹਨ, 2 ਪਹਿਲੇ ਸ਼ਲੋਕਾਂ ਦਾ ਪਾਠ ਆਪ ਜੀ ਨੇ ਇਸ ਸਮੇਂ ਸਰਵਣ ਕੀਤਾ ਹੈ। ਇਹਨਾਂ ਪਾਵਨ ਅੰਮ੍ਰਿਤ ਬਚਨਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਕੀ ਉਪਦੇਸ਼ ਕਰ ਰਹੇ ਹਨ। ਸਰਬੱਤ ਸੰਸਾਰ ਦੇ ਜੀਵਾਂ ਦੇ ਪ੍ਰਥਾਏ ਗੁਰੂ ਪਾਤਸ਼ਾਹ ਜੀ ਦਾ ਇਹ ਉਪਦੇਸ਼ ਹੈ। ਮਨੁੱਖ ਦੇ ਮਨ ਵਿੱਚ ਕਈ ਤਰ੍ਹਾਂ ਦਾ ਭਰਮ, ਕਈ ਤਰ੍ਹਾਂ ਦਾ ਡਰ ਪੁਜਾਰੀਵਾਦ ਨੇ ਪਾ ਕੇ ਤੇ ਆਰਥਿਕ ਤੌਰ 'ਤੇ ਮਨੁੱਖ ਨੂੰ ਲੁੱਟਣਾ ਕੀਤਾ ਹੈ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਉਹਨਾਂ ਦੇ ਵਿੱਚੋਂ ਜਿਹੜਾ ਇੱਕ ਭਰਮ ਹੈ ਉਹ ਹੈ ਸੂਤਕ ਅਤੇ ਪਾਤਕ ਦਾ। ਸੂਤਕ ਦਾ ਭਾਵ ਹੈ ਕਿਸੇ ਦੇ ਘਰ ਜਨਮ ਹੋਣਾ ਜੀਵ ਦਾ, ਅਤੇ ਪਾਤਕ ਦਾ ਭਾਵ ਹੈ ਕਿਸੇ ਪ੍ਰਾਣੀ ਦਾ ਚੜ੍ਹਾਈ ਕਰ ਜਾਣਾ। ਇਹ ਜਿਹੜਾ ਹੈ ਸੂਤਕ ਪਾਤਕ ਮਨੁੱਖ ਦੇ ਨਾਲ ਹੀ ਜੋੜਿਆ ਗਿਆ ਹੈ। ਪੁਜਾਰੀਵਾਦ ਨੇ ਮਨੁੱਖ ਨੂੰ ਲੁੱਟਣ ਵਾਸਤੇ ਧਰਮ ਦੇ ਨਾਂ 'ਤੇ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਭਰਮ ਦੁਨੀਆ ਵਿੱਚ ਫੈਲਾਏ, ਅਤੇ ਉਹਨਾਂ ਵਿੱਚੋਂ ਇਹ 2 ਖਾਸ ਕਰਕੇ ਸੂਤਕ ਅਤੇ ਪਾਤਕ। ਸੂਤਕ ਦਾ ਭਾਵ ਹੈ ਪ੍ਰਾਣੀ ਦਾ ਜਨਮ ਹੋਣਾ, ਪਾਤਕ ਦਾ ਭਾਵ ਹੈ ਪ੍ਰਾਣੀ ਦਾ ਚੜ੍ਹਾਈ ਕਰ ਜਾਣਾ।
ਇਹਨਾਂ ਪੁਜਾਰੀਵਾਦ ਇੰਨੀ ਡੂੰਘੀ ਸਿਆਸਤ ਖੇਡੀ, ਪ੍ਰਾਣੀ ਦੇ ਜਨਮ ਤੋਂ ਲੈ ਕੇ ਮਰਨ ਤੋਂ ਬਾਅਦ ਤੱਕ ਵੀ ਪ੍ਰਾਣੀ ਦਾ ਖਹਿੜਾ ਨਹੀਂ ਛੱਡਿਆ ਅਤੇ ਇਸ ਨੂੰ ਲੁੱਟਣਾ ਕੀਤਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦੇ ਭਰਮਾਂ ਦਾ ਖੰਡਨ ਕੀਤਾ। ਸਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਗਰੀਬ ਨਵਾਜ਼ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਇਹ ਪੰਡਤ, ਇਹ ਪੁਜਾਰੀ, ਇਹ ਕੈਸਾ ਤੂੰ ਦੁਨੀਆ ਦੇ ਵਿੱਚ ਭਰਮ ਫੈਲਾ ਦਿੱਤਾ ਹੈ ਕਿ ਕੋਈ ਪ੍ਰਾਣੀ ਜਨਮ ਲੈਂਦਾ ਹੈ ਅਤੇ ਤੁਸੀਂ ਕਹਿੰਦੇ ਹੋ ਇਹ ਘਰ ਅਪਵਿੱਤਰ ਹੋ ਗਿਆ ਹੈ, ਇਸ ਘਰ ਦੇ ਵਿੱਚ ਸੁਚਤਾ ਖਤਮ ਹੋ ਗਈ ਹੈ। ਵਰਨ ਵੰਡ ਦੇ ਅਨੁਸਾਰ ਇਹਦਾ ਸਮਾਂ ਵੀ ਨਿਸ਼ਚਿਤ ਕੀਤਾ ਗਿਆ ਹੈ। ਬ੍ਰਾਹਮਣ ਦੇ ਘਰ ਜੇ ਕੋਈ ਬੱਚਾ ਜਨਮ ਲੈਂਦਾ ਹੈ ਤਾਂ ਉਹ 11 ਦਿਨ ਦਾ ਸੂਤਕ ਮੰਨਿਆ ਗਿਆ ਹੈ। ਖੱਤਰੀ ਦੇ ਘਰ ਜੇ ਕੋਈ ਬੱਚਾ ਜਨਮ ਲੈਂਦਾ ਹੈ ਤੇ 13 ਦਿਨ ਦਾ ਸੂਤਕ ਮੰਨਿਆ ਗਿਆ ਹੈ। ਤੇ ਜੇ ਵੈਸ਼ ਦੇ ਘਰ ਬੱਚਾ ਜਨਮ ਲੈਂਦਾ ਹੈ 17 ਦਿਨ ਦਾ ਸੂਤਕ ਮੰਨਿਆ ਗਿਆ ਹੈ। ਸ਼ੂਦਰ ਦੇ ਘਰ ਦਾ ਜਿਹੜਾ ਹੈ ਸੂਤਕ ਉਹ 30 ਦਿਨ ਦਾ ਮੰਨਿਆ ਗਿਆ ਹੈ। ਭਾਵ ਸ਼ੂਦਰ ਦੀ ਜ਼ਿੰਦਗੀ ਵਿੱਚ ਸਦਾ ਸੂਤਕ ਹੈ। 30 ਦਿਨ ਪੂਰਾ ਮਹੀਨਾ ਹੀ ਸੂਤਕ ਰੱਖਿਆ ਗਿਆ। ਵੈਸੇ ਦੇ ਸੂਤਕ ਜਿਹੜਾ ਹੈ ਸ਼ੂਦਰ ਨੂੰ ਦੁਰਕਾਰਿਆ ਗਿਆ ਸਦਾ ਵਾਸਤੇ ਹੀ। ਕਹਿੰਦੇ ਸ਼ੂਦਰ ਦੇ ਘਰ ਜੇ ਬੱਚਾ ਜਨਮ ਲੈਂਦਾ ਹੈ 30 ਦਿਨ ਦਾ ਸੂਤਕ ਹੈ। ਅਤੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਸ ਭਰਮ ਦੇ ਵਿੱਚੋਂ ਕੱਢਿਆ, ਪਰ ਆਪਾਂ ਇਹਦੇ ਵਿੱਚੋਂ ਅਜੇ ਵੀ ਨਿਕਲੇ ਨਹੀਂ ਹਾਂ। ਸੂਤਕ ਅਤੇ ਪਾਤਕ ਮੰਨਦੇ ਹਾਂ। ਪ੍ਰਾਣੀ ਜੇ ਕੋਈ ਚੜ੍ਹਾਈ ਕਰ ਜੇ ਉਹਦਾ ਪਾਤਕ ਵੀ ਮੰਨਿਆ ਜਾਂਦਾ ਵੀ ਇੰਨੇ ਦਿਨ ਦਾ ਪਾਤਕ ਬ੍ਰਾਹਮਣ ਦੇ ਘਰ ਦਾ, ਇੰਨੇ ਦਿਨ ਦਾ ਛਤਰੀ ਦੇ ਘਰ ਦਾ, ਇੰਨੇ ਦਿਨ ਦਾ ਵੈਸ਼ ਦੇ ਘਰ ਦਾ, ਇੰਨੇ ਦਿਨ ਦਾ ਸ਼ੂਦਰ ਦੇ ਘਰ ਦਾ ਹੈ। ਪਰ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਭਰਮ ਦੇ ਵਿੱਚੋਂ ਕੱਢਿਆ ਅਤੇ ਬਾਣੀ ਵਿੱਚ ਆਖਿਆ, ਜੰਮਣ ਮਰਨਾ ਹੁਕਮ ਹੈ, ਭਾਣੈ ਆਵੈ ਜਾਏ। ਸਤਿਗੁਰੂ ਜੀ ਦੇ ਇਹ ਅੱਗੇ ਬਚਨ ਆਉਣੇ ਹਨ। ਸਭੋ ਸੂਤਕ ਭਰਮ ਹੈ, ਦੂਜਾ ਲੱਗੈ ਜਾਏ। ਜੰਮਣ ਮਰਨਾ ਹੁਕਮ ਹੈ, ਭਾਣੈ ਆਵੈ ਜਾਏ। ਖਾਣਾ ਪੀਣਾ ਪਵਿੱਤਰ ਹੈ, ਦਿਤੌਣ ਰਿਜਕ ਸੰਭਾਏ। ਜੰਮਣਾ ਅਤੇ ਮਰਨਾ ਇਹ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ। ਵਾਹਿਗੁਰੂ ਦੇ ਭਾਣੇ ਵਿੱਚ ਜੀਵ ਦਾ ਜਨਮ ਹੁੰਦਾ ਹੈ। ਵਾਹਿਗੁਰੂ ਦੇ ਭਾਣੇ ਵਿੱਚ ਜੀਵ ਇੱਥੋਂ ਚਲਾ ਜਾਂਦਾ ਹੈ। ਅਤੇ ਇਹਦੇ ਵਿੱਚ ਸੂਤਕ ਪਾਤਕ ਕਿੱਥੋਂ ਆ ਗਿਆ? ਦੋਵੇਂ ਹਾਲਤਾਂ ਦੇ ਵਿੱਚ ਪ੍ਰਾਣੀ ਦਾ ਭਾਵੇਂ ਜਨਮ ਹੋਇਆ ਜਾਂ ਕੋਈ ਪ੍ਰਾਣੀ ਚੜ੍ਹਾਈ ਕਰ ਗਿਆ ਹੈ, ਖਾਣਾ ਪੀਣਾ ਪਵਿੱਤਰ ਹੀ ਹੈ। ਕਿਉਂਕਿ ਖਾਣਾ ਪੀਣਾ ਕਦੇ ਅਪਵਿੱਤਰ ਨਹੀਂ ਹੁੰਦਾ। ਪਰ ਪੰਡਤ ਨੇ ਕਹਿ ਦਿੱਤਾ ਜਿਹਦੇ ਘਰ ਬੱਚਾ ਜਨਮ ਲਿਆ ਇਹਨਾਂ ਦੇ ਘਰ ਦਾ ਪਾਣੀ ਪੀਣਾ ਅਪਵਿੱਤਰ ਹੈ, ਇਹਨਾਂ ਦੇ ਘਰ ਦਾ ਅੰਨ ਪਾਣੀ ਨਹੀਂ ਛਕਣਾ। ਜਿਵੇਂ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਜਿਸ ਸਮੇਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਿੱਲੀ ਗਏ, ਉਸ ਸਮੇਂ ਇੱਕ ਸੇਠ ਕਹਿੰਦੇ ਹਨ ਕਿ ਉਹਦੇ ਘਰ ਬੱਚੇ ਦਾ ਜਨਮ ਹੋਣ ਵਾਲਾ ਸੀ ਅਤੇ ਉਹਨੇ ਬਹੁਤ ਸਾਰੇ ਬ੍ਰਾਹਮਣਾਂ ਨੂੰ ਨਿਉਤਾ ਦਿੱਤਾ ਸੀ ਵੀ ਮੇਰੇ ਘਰ ਵਿੱਚ ਸੁੱਖ ਸ਼ਾਂਤੀ ਦੇ ਨਾਲ ਬੱਚੇ ਦਾ ਜਨਮ ਹੋਵੇ। ਬਹੁਤ ਵੱਡਾ ਉਹਨੇ ਲੰਗਰ ਕੀਤਾ। ਪਰ ਜਿਸ ਦਿਨ ਉਹ ਲੰਗਰ ਤਿਆਰ ਹੋ ਗਿਆ ਉਸੇ ਦਿਨ ਹੀ ਬੱਚੇ ਦਾ ਜਨਮ ਹੋ ਗਿਆ। ਲੰਗਰ ਤਿਆਰ ਹੈ ਅਤੇ ਬੱਚੇ ਦਾ ਜਨਮ ਹੋ ਗਿਆ। ਬ੍ਰਾਹਮਣ ਕਹਿੰਦੇ ਅਸੀਂ ਹੁਣ ਇਹਦੇ ਘਰ ਲੰਗਰ ਨਹੀਂ ਛਕਣਾ, ਪ੍ਰਸ਼ਾਦਾ ਨਹੀਂ ਛਕਣਾ। ਕਿਉਂ ਜੀ? ਇਹਦਾ ਘਰ ਅਪਵਿੱਤਰ ਹੋ ਗਿਆ ਹੈ। ਅਤੇ ਉਸ ਨੂੰ ਪਤਾ ਲੱਗਾ ਵੀ ਇੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਹਨ
ਉਹ ਸਤਿਗੁਰੂ ਨੂੰ ਬੇਨਤੀ ਕਰਕੇ ਆਪਣੇ ਘਰ ਲੈ ਗਿਆ। ਬੇਨਤੀ ਕੀਤੀ, ਮਹਾਰਾਜ ਇੰਨਾ ਵੱਡਾ ਲੰਗਰ ਤਿਆਰ ਕੀਤਾ ਹੈ, ਇਹ ਹੋਰ ਲੋਕਾਂ ਵਿੱਚ ਵੀ ਤਾਂ ਹੀ ਵੰਡਿਆ ਜਾਵੇਗਾ ਜੇਕਰ ਕੋਈ ਪਹਿਲਾਂ ਸਾਧੂ ਮਹਾਤਮਾ ਲੰਗਰ ਛਕੇ। ਬ੍ਰਾਹਮਣਾਂ ਨੂੰ ਕਿਹਾ ਸੀ, ਉਹ ਤਾਂ ਜਵਾਬ ਦੇ ਗਏ ਨੇ। ਉਹ ਕਹਿੰਦੇ ਤੁਹਾਡੇ ਘਰ ਸੂਤਕ ਹੋ ਗਿਆ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਉਹ ਪ੍ਰਸ਼ਾਦਾ ਉਹਦੇ ਘਰ ਛਕਿਆ ਅਤੇ ਉਹ ਬ੍ਰਾਹਮਣ ਗੁੱਸੇ ਹੋ ਕੇ ਇਕੱਠੇ ਹੋ ਕੇ ਆ ਗਏ ਵੀ ਤੁਸੀਂ ਇਹ ਕੀ ਕੀਤਾ, ਮਰਿਆਦਾ ਤੋੜਤੀ। ਮਹਾਰਾਜ ਕਹਿੰਦੇ ਕਿਹੜੀ ਮਰਿਆਦਾ ਤੋੜਤੀ? ਕਹਿੰਦੇ ਵੀ ਇਹ ਤਾਂ ਤੁਸੀਂ ਜਿਹੜਾ ਸੂਤਕ ਵਾਲੇ ਘਰ ਪ੍ਰਸ਼ਾਦਾ ਛਕਿਆ ਇਹ ਮਰਿਆਦਾ ਤੋੜਤੀ ਹੈ। ਮਹਾਰਾਜ ਕਹਿੰਦੇ ਸੂਤਕ ਕਿਵੇਂ ਹੋ ਗਿਆ ਇਸ ਘਰ ਵਿੱਚ? ਸੂਤਕ ਭਾਵ ਇਸ ਘਰ ਦਾ ਲੰਗਰ ਪਾਣੀ ਪ੍ਰਸ਼ਾਦਾ ਅਪਵਿੱਤਰ ਹੋ ਗਿਆ। ਮਹਾਰਾਜ ਕਹਿੰਦੇ ਉਹ ਦੱਸੋ ਕਿਵੇਂ ਹੋ ਗਿਆ? ਕਹਿੰਦੇ ਜੀ ਇਹ ਸਾਡੇ ਧਰਮ ਸ਼ਾਸਤਰ ਕਹਿੰਦੇ ਨੇ ਵੀ ਜਿਸ ਘਰ ਵਿੱਚ ਬੱਚੇ ਦਾ ਜਾਂ ਬੱਚੀ ਦਾ ਜਨਮ ਹੋਵੇ ਉਸ ਘਰ ਦੇ ਵਿੱਚ ਅਪਵਿੱਤਰਤਾ ਆ ਜਾਂਦੀ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਾਂ ਬਾਣੀ ਵਿੱਚ ਕਿਹਾ ਹੈ ਕਿ ਸਰੀਰ ਦੀ ਅਪਵਿੱਤਰਤਾ, ਸਰੀਰ ਦੀ ਮੈਲ ਮਲੀਨਤਾ ਉਹ ਮਲੀਨਤਾ ਨਹੀਂ ਹੈ। ਅਸਲ ਵਿੱਚ ਜੇ ਮਨੁੱਖ ਦਾ ਮਨ ਮੈਲਾ ਹੈ ਤਾਂ ਫਿਰ ਉਹਦਾ ਸਾਰਾ ਕਰਮ ਹੀ ਮੈਲਾ ਹੈ। ਅਤੇ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਮਝਾਉਣ ਦਾ ਤਰੀਕਾ ਬੜਾ ਵਧੀਆ। ਮਹਾਰਾਜ ਲੌਜਿਕ ਦੇ ਨਾਲ, ਦਲੀਲ ਦੇ ਨਾਲ, ਬੜਾ ਪ੍ਰਮਾਣ ਦੇ ਨਾਲ ਸਮਝਾਉਂਦੇ ਨੇ। ਪਾਤਸ਼ਾਹ ਕਹਿੰਦੇ ਜੇ ਤੁਸੀਂ ਕਹਿੰਦੇ ਹੋ ਜਨਮ ਦੇ ਨਾਲ ਸੂਤਕ ਲੱਗ ਜਾਂਦਾ ਹੈ, ਘਰ ਵਿੱਚ ਅਪਵਿੱਤਰਤਾ ਆ ਜਾਂਦੀ ਹੈ, ਅਤੇ ਪ੍ਰਾਣੀ ਦੇ ਚੜ੍ਹਾਈ ਕਰਨ ਨਾਲ ਪਾਤਕ ਲੱਗ ਜਾਂਦਾ ਹੈ, ਅਪਵਿੱਤਰਤਾ ਆ ਜਾਂਦੀ। ਅਤੇ ਮਹਾਰਾਜ ਕਹਿੰਦੇ ਫਿਰ ਆਪਾਂ ਤੁਹਾਡੀ ਗੱਲ ਨਾਲ ਹੀ ਚਲੋ ਸਹਿਮਤ ਹੁੰਦੇ ਹਾਂ। ਜੇ ਤੁਸੀਂ ਇਸ ਗੱਲ 'ਤੇ ਆਉਂਦੇ ਹੋ ਵੀ ਸੂਤਕ ਹੋ ਜਾਂਦਾ, ਅਤੇ ਮਹਾਰਾਜ ਕਹਿੰਦੇ ਫਿਰ ਸੂਤਕ ਤੋਂ ਬਚੋਗੇ ਕਿੱਥੇ? ਕਿਉਂਕਿ ਸੂਤਕ ਤਾਂ ਹਰ ਸਮੇਂ ਹਰ ਥਾਂ ਵਿੱਚ ਹੋ ਰਿਹਾ। ਸੂਤਕ ਅਤੇ ਪਾਤਕ ਹਰ ਥਾਂ 'ਤੇ ਹੋ ਰਿਹਾ। ਸਾਡੀ ਬਾਡੀ ਵਿੱਚ ਵੀ ਹੋ ਰਿਹਾ ਹੈ। ਜਿਹੜਾ ਨਾਭੀ ਤੋਂ ਜਦੋਂ ਸਵਾਸ ਪੈਦਾ ਹੁੰਦਾ ਹੈ ਉਹ ਜਨਮ ਹੈ। ਨਾਸਕਾ ਰਾਹੀਂ ਜਦੋਂ ਸਵਾਸ ਬਾਹਰ ਨਿਕਲ ਜਾਂਦਾ ਹੈ ਉਹਦੀ ਮੌਤ ਹੈ, ਪਾਤਕ ਹੈ। ਸਾਡੇ ਸਰੀਰ ਦੇ ਖੂਨ ਦੇ ਵਿੱਚ, ਬਲੱਡ ਦੇ ਵਿੱਚ, ਸਾਇੰਸ ਵੀ ਇਸ ਗੱਲ ਨੂੰ ਮੰਨਦੀ ਹੈ, ਰੋਜ਼ ਕੁਝ ਨਵੇਂ ਸੈੱਲ ਬਣਦੇ ਨੇ, ਕੁਝਾਂ ਦੀ ਮੌਤ ਹੋ ਜਾਂਦੀ, ਕੁਝ ਸੈੱਲ ਡੈੱਡ ਹੋ ਜਾਂਦੇ ਨੇ। ਸਾਡੇ ਸਰੀਰ ਵਿੱਚ ਵੀ ਇਹ ਕਿਰਿਆ ਚੱਲ ਰਹੀ ਹੈ। ਅਤੇ ਫਿਰ ਤਾਂ ਸਾਡੇ ਸਰੀਰ ਨੂੰ ਸੂਤਕ ਪਾਤਕ ਹਰ ਸਮੇਂ ਲੱਗਾ ਹੋਇਆ ਹੈ। ਮਹਾਰਾਜ ਕਹਿੰਦੇ ਧੰਨ ਗੁਰੂ ਨਾਨਕ ਦੇਵ ਜੀ, ਸ਼ਲੋਕ ਮਹੱਲਾ ਪਹਿਲਾ। ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ। ਉਹਨਾਂ ਇਕੱਠੇ ਹੋਏ ਬ੍ਰਾਹਮਣਾਂ ਨੂੰ ਕਹਿਣ ਲੱਗੇ ਮਹਾਰਾਜ ਜੇਕਰ ਸੂਤਕ ਮੰਨ ਲਈਏ ਤੁਹਾਡੇ ਕਹਿਣ ਮੂਜਬ, ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ। ਮਹਾਰਾਜ ਕਹਿੰਦੇ ਫਿਰ ਸਭ ਥਾਵਾਂ 'ਤੇ ਸੂਤਕ ਹੋ ਰਿਹਾ ਹੈ। ਕਿੱਥੇ ਕਿੱਥੇ ਹੋ ਰਿਹਾ ਹੈ? ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਜਿਹੜੇ ਗੋਹਿਆਂ ਨਾਲ ਆਪਾਂ ਅੱਗ ਬਾਲਦੇ ਹਾਂ, ਲੱਕੜੀ ਦੇ ਨਾਲ ਅੱਗ ਬਾਲਦੇ ਹਾਂ, ਇਹਨਾਂ ਦੇ ਵਿੱਚ ਵੀ ਕੀਟਾਣੂ ਹਨ। ਜੇਕਰ ਇਹਦੇ ਵਿੱਚ ਕੀਟਾਣੂ ਨਾ ਹੋਣ, ਇਹਨੂੰ ਅੱਗ ਨਾ ਲੱਗੇ, ਫਿਰ ਗੋਹੇ ਦੀਆਂ ਥਾਪੀਆਂ ਥੱਪੀਆਂ ਜਾਂਦੀਆਂ ਨੇ। ਉਹ ਥਾਪੀਆਂ ਦੇ ਵਿੱਚ ਵੀ ਕੀੜੇ ਪੈਦਾ ਹੋ ਜਾਂਦੇ ਨੇ, ਅਤੇ ਜਦੋਂ ਉਹਨਾਂ ਥਾਪੀਆਂ ਨੂੰ ਅੱਗ ਵਿੱਚ ਰੱਖਿਆ ਜਾਂਦਾ ਉਹ ਕੀੜੇ ਵਿੱਚ ਸੜ ਕੇ ਮਰ ਜਾਂਦੇ ਨੇ। ਸੂਤਕ ਹੋ ਗਿਆ ਹੈ ਗੋਹੇ ਦੇ ਅੰਦਰ, ਪਾਤਕ ਹੋ ਗਿਆ ਜਦੋਂ ਉਸ ਗੋਹੇ ਨੂੰ ਬਾਲ ਕੇ ਅੱਗ ਲਾਈ ਗਈ ਹੈ। ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਉਹਨਾਂ ਦੇ ਅੰਦਰ ਵੀ ਜੀਵ ਹਨ। ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ। ਫਿਰ ਮਹਾਰਾਜ ਕਹਿੰਦੇ ਜਿੰਨੇ ਵੀ ਦਾਣੇ ਅੰਨ ਦੇ ਹਨ ਉਹ ਕਿਸੇ ਰੂਪ ਵਿੱਚ ਵੀ ਅੰਨ ਹੈ। ਅੰਨ ਤੋਂ ਬਿਨਾਂ ਆਪਣਾ ਗੁਜ਼ਾਰਾ ਹੈ ਹੀ ਨਹੀਂ। ਆਪਾਂ ਹਰ ਸਮੇਂ ਅੰਨ ਵਰਤਦੇ ਹਾਂ, ਲੰਗਰਾਂ ਵਿੱਚ ਅੰਨ ਵਰਤਦੇ ਹਾਂ, ਘਰਾਂ ਦੇ ਵਿੱਚ ਕਈ ਤਰ੍ਹਾਂ ਦਾ ਅੰਨ ਦਾਣੇ ਵਰਤੇ ਜਾਂਦੇ ਨੇ।
ਤੇ ਮਹਾਰਾਜ ਕਹਿੰਦੇ ਜਿੰਨੇ ਵੀ ਦਾਣੇ ਹਨ ਅੰਨ ਦੇ, ਕਿਸੇ ਰੂਪ ਵਿੱਚ ਵੀ ਹਨ, ਸਾਰਿਆਂ ਦੇ ਵਿੱਚ ਜੀਵ ਹਨ, ਕੀਟਾਣੂ ਹਨ। ਆਪਾਂ ਰੋਟੀ ਖਾਂਦੇ ਆ ਨਾ, ਆਟੇ ਦੇ ਵਿੱਚ ਵੀ ਉਹ ਕਿਰਮ ਹਨ, ਕੀਟਾਣੂ ਹਨ। ਜੇ ਉਹ ਮਰ ਜਾਣ, ਬਿਲਕੁਲ ਰੋਟੀ ਸੜ ਜਾਵੇ, ਸਵਾਦ ਨਹੀਂ ਰਹਿੰਦੀ, ਕਿਉਂਕਿ ਉਹਦੇ ਵਿੱਚ ਉਹ ਕੀਟਾਣੂ ਖਤਮ ਹੋ ਗਏ, ਬਿਲਕੁਲ ਉਹ ਜੀਵ ਖਤਮ ਹੋ ਗਏ। ਮਹਾਰਾਜ ਕਹਿੰਦੇ ਜੇ ਤੁਹਾਡੀ ਗੱਲ ਆਪਾਂ ਸਹਿਮਤ ਕਰੀਏ, ਜੇ ਤੁਸੀਂ ਕਹਿੰਦੇ ਹੋ ਸੂਤਕ ਪਾਤਕ, ਮਹਾਰਾਜ ਕਹਿੰਦੇ ਤਾਂ ਫਿਰ ਹਰ ਸਮੇਂ ਹੋ ਰਿਹਾ। ਦੱਸੋ, ਜਿਵੇਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਹੋ ਪੰਡਤ ਸੂਚਾ ਕਵਣ ਠਾਓ, ਜਹਾਂ ਬੈਸੋਂ ਭੋਜਨ ਖਾਓ। ਦੱਸ ਕਿਹੜਾ ਥਾਂ ਸੁੱਚਾ ਹੈ? ਜਿੱਥੇ ਸੂਤਕ ਲੱਗ ਗਿਆ ਉਹ ਜਗ੍ਹਾ ਪਵਿੱਤਰ ਹੈ, ਅਤੇ ਸੂਤਕ ਤਾਂ ਹਰ ਥਾਂ 'ਤੇ ਹੋ ਰਿਹਾ ਹੈ। ਕੀੜਿਆਂ ਦੇ ਜਨਮ ਹੋ ਰਹੇ ਨੇ, ਅੱਗੋਂ ਬੱਚੇ ਨਿੱਕੇ ਨਿੱਕੇ ਕੀੜਿਆਂ ਦੇ। ਆਪਾਂ ਵੇਖੋ ਧਰਤੀ 'ਤੇ ਮਨੁੱਖ ਨੇ ਭਾਵੇਂ ਘਰ ਪੱਕੇ ਬਣਾ ਲਏ ਨੇ, ਇਹਨਾਂ ਪੱਕੇ ਘਰਾਂ ਦੇ ਵਿੱਚ ਵੀ ਨਿੱਕੀਆਂ ਨਿੱਕੀਆਂ ਕੀੜੀਆਂ ਕੀੜੇ ਤੁਰੇ ਫਿਰਦੇ ਨੇ, ਜੀਵ ਜੰਤੂ, ਮੱਖੀਆਂ, ਮੱਛਰ। ਉਹਨਾਂ ਦੇ ਬੱਚੇ ਵੀ ਤਾਂ ਘਰ ਦੇ ਅੰਦਰ ਹੀ ਪੈਦਾ ਹੋ ਰਹੇ ਨੇ। ਸਾਡੇ ਜਿੱਥੇ ਆਪਾਂ ਰਹਿੰਦੇ ਹਾਂ, ਫਿਰ ਆਪਾਂ ਪਤਾ ਨਹੀਂ ਕਿੰਨਾ ਕੁ ਮੱਛਰ ਮਾਰਦੇ ਹਾਂ, ਮੱਖੀਆਂ ਮਾਰਦੇ ਹਾਂ। ਉਹ ਸੂਤਕ ਪਾਤਕ ਉਹ ਵੀ ਤਾਂ ਜੀਵ ਹਨ ਨਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਜੇ ਤੁਸੀਂ ਕਹਿੰਦੇ ਹੋ ਸਾਰੇ ਦਾਣਿਆਂ ਦੇ ਵਿੱਚ ਜੀਵ ਹਨ। ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਇ। ਪਹਿਲਾ ਜੀਵਨ ਜਿੰਦ ਉਹ ਪਾਣੀ ਹੈ। ਪਾਣੀ ਦੇ ਵਿੱਚ ਪਤਾ ਨਹੀਂ ਇੱਕ ਬੂੰਦ ਦੇ ਵਿੱਚ ਕਿੰਨੇ ਨਿੱਕੇ ਨਿੱਕੇ ਕਿਰਮ ਹੁੰਦੇ ਨੇ, ਕੀਟਾਣੂ ਹੁੰਦੇ ਨੇ, ਜਿਨ੍ਹਾਂ ਨਾਲ ਸਾਡਾ ਜੀਵਨ ਚੱਲਦਾ ਹੈ। ਮਹਾਰਾਜ ਕਹਿੰਦੇ ਜਿਸ ਪਾਣੀ ਕਰਕੇ ਸਾਰਿਆਂ ਨੂੰ ਐਨਰਜੀ ਮਿਲਦੀ, ਤਾਕਤ ਮਿਲਦੀ ਹੈ, ਭਾਵੇਂ ਬਨਸਪਤੀ ਹੈ, ਭਾਵੇਂ ਪਸ਼ੂ ਪੰਛੀ ਜੰਤ ਕੀੜੇ ਹਨ, ਮਨੁੱਖ ਹੈ, ਉਹਨਾਂ ਵਿੱਚ ਪਾਣੀ ਦੇ ਵਿੱਚ ਉਹ ਨਿੱਕੇ ਨਿੱਕੇ ਸੈੱਲ ਨੇ, ਕੀਟਾਣੂ ਨੇ। ਮਨੁੱਖ ਮੁਰਝਾਇਆ ਹੋਵੇ ਨਾ, ਬਿਲਕੁਲ ਪਾਣੀ ਦੀ ਪਿਆਸ ਨਾਲ ਚਿਹਰਾ ਕੁਮਲਾ ਜਾਂਦਾ, ਇਸ ਤਰ੍ਹਾਂ ਲੱਗਦਾ ਜਿਵੇਂ ਡੈੱਡ ਹੋ ਚੱਲਿਆ, ਮਰ ਚੱਲਿਆ ਬੰਦਾ। ਉਹਨੂੰ ਪਾਣੀ ਮਿਲ ਜਾਵੇ ਤੇ ਜੇ ਉਹ ਕਿਵੇਂ ਵੇਖੋ ਕਮਲ ਫੁੱਲ ਦੀ ਤਰ੍ਹਾਂ ਖਿੜ ਜਾਂਦਾ ਹੈ, ਚਿਹਰੇ 'ਤੇ ਰੌਣਕ ਆ ਜਾਂਦੀ। ਪਿਆਸ ਨਾਲ ਮੁਰਝਾਇਆ ਪਿਆ ਸੀ, ਮਰਨ ਕਿਨਾਰੇ ਪਹੁੰਚਿਆ ਪਿਆ ਸੀ। ਉਹ ਪਾਣੀ ਦੁਆਰਾ ਜੀਵ ਅੰਦਰ ਗਏ। ਕਿੰਨੀ ਉਹਨਾਂ ਵਿੱਚ ਸ਼ਕਤੀ ਹੈ, ਕਿੰਨੇ ਚੇਤਨ ਹੋਣਗੇ ਉਹ ਜੀਵ। ਅੰਦਰ ਜਾਂਦਿਆਂ ਹੀ ਸਰੀਰ ਨੂੰ ਐਨਰਜੀ ਨਾਲ ਭਰ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਇ। ਸੂਤਕ ਕਿਉ ਕਾ ਰੱਖੀਐ ਸੂਤਕ ਪਵੈ ਰਸੋਏ। ਸੂਤਕ ਕਿਵੇਂ ਰੱਖਿਆ ਜਾ ਸਕਦਾ? ਤੁਸੀਂ ਕਹਿੰਦੇ ਇੰਨੇ ਦਿਨ ਦਾ ਸੂਤਕ ਇਹਨਾਂ ਦੇ ਘਰ ਲੱਗ ਗਿਆ। ਮਹਾਰਾਜ ਕਹਿੰਦੇ ਸੂਤਕ ਤਾਂ ਤੁਹਾਡੀ ਰਸੋਈ ਵਿੱਚ ਪੈ ਰਿਹਾ ਹਰ ਸਮੇਂ, ਕਿਉਂਕਿ ਆਪਾਂ ਉੱਥੇ ਅੰਨ ਵਰਤਦੇ ਹਾਂ, ਸਬਜ਼ੀਆਂ ਉੱਥੇ ਬਣਦੀਆਂ ਨੇ। ਸਾਰੀਆਂ ਸਬਜ਼ੀਆਂ ਵੀ ਜਿੰਦ ਵਾਲੀਆਂ ਨੇ, ਉਹਨਾਂ ਵਿੱਚ ਵੀ ਕੀਟਾਣੂ ਨੇ ਜੋ ਸਾਡੇ ਸਰੀਰ ਨੂੰ, ਬਾਡੀ ਨੂੰ ਸ਼ਕਤੀ ਦਿੰਦੇ ਨੇ। ਮਹਾਰਾਜ ਕਹਿੰਦੇ ਤੁਹਾਡੀ ਰਸੋਈ ਤੇ ਹਰ ਸਮੇਂ ਫਿਰ ਇਸ ਹਿਸਾਬ ਨਾਲ ਅਪਵਿੱਤਰ ਹੈ, ਮੈਲੀ ਹੈ, ਮਲੀਨ ਹੈ, ਕਿਉਂਕਿ ਰਸੋਈ ਵਿੱਚ ਸੂਤਕ ਵੀ ਹੋ ਰਿਹਾ ਹੈ ਅਤੇ ਰਸੋਈ ਦੇ ਵਿੱਚ ਪਾਤਕ ਵੀ ਹੋ ਰਿਹਾ ਹੈ। ਨਾਨਕ ਸੂਤਕ ਏਵ ਨਾ ਉਤਰੈ ਗਿਆਨ ਉਤਾਰੇ ਧੋਏ। ਫਿਰ ਉਹ ਸੂਤਕ ਲਾਂਘਦੇ ਕਿਵੇਂ ਸੀ? ਜਿਵੇਂ ਕਿਸੇ ਦੇ ਘਰ ਬੱਚੇ ਦਾ ਜਨਮ ਹੋਇਆ ਨਾ, ਗਊ ਦਾ ਗੋਮੂਤਰ ਲੈ ਕੇ, ਗੋਹਾ ਲੈ ਕੇ, ਗੰਗਾ ਜਲ ਲੈ ਕੇ ਉਹ ਪਿਆਉਂਦੇ ਨੇ, ਅਤੇ ਫਿਰ ਕੁਝ ਮੰਤਰ ਪੜ੍ਹਦੇ, ਕਹਿੰਦੇ ਹੁਣ ਤੁਹਾਡੇ ਘਰੋਂ ਸੂਤਕ ਖਤਮ ਹੋ ਗਿਆ ਹੈ। ਮਹਾਰਾਜ ਕਹਿੰਦੇ ਇੱਦਾਂ ਸੂਤਕ ਨਹੀਂ ਲੈਂਦਾ ਹੈ। ਸੂਤਕ ਇੱਕ ਭਰਮ ਹੈ। ਜਦੋਂ ਮਨੁੱਖ ਕਿਸੇ ਭਰਮ ਵਿੱਚ ਪੈ ਜਾਵੇ ਉਹ ਡਰੀ ਜਾਂਦਾ, ਇਹ ਨਾ ਹੋ ਜਾਵੇ, ਇਹ ਨਾ ਹੋ ਜਾਵੇ। ਅਤੇ ਉਹ ਭਰਮ ਕਿਵੇਂ ਖਤਮ ਹੁੰਦਾ ਹੈ? ਗਿਆਨ ਦੇ ਦੁਆਰਾ। ਹੁਣ ਮਹਾਰਾਜ ਅੱਗੇ ਸਮਝਾਉਂਦੇ ਨੇ ਅਸਲ ਵਿੱਚ ਸੂਤਕ ਹੈ ਕੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਹੱਲਾ ਪਹਿਲਾ ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ। ਮਨ ਦਾ ਸੂਤਕ ਕੀ ਹੈ? ਜਿਹੜਾ ਮਨ ਨੂੰ ਲੋਭ ਲੱਗਾ ਹੋਇਆ ਹੈ, ਹਰ ਸਮੇਂ ਪਦਾਰਥ ਨੂੰ ਇਕੱਠੇ ਕਰਨ ਦਾ ਸੁਭਾਅ ਜਿਹੜਾ ਬਣ ਗਿਆ ਮਨ ਦਾ, ਇਹ ਮਨ ਦਾ ਸੂਤਕ ਹੈ। ਜੇਵਾ ਸੂਤਕ ਕੂੜ। ਜੇਵਾ ਦਾ ਸੂਤਕ ਕੀ ਹੈ?
ਜੋ ਜੀਵਾ ਹਰ ਸਮੇਂ ਝੂਠ ਹੀ ਬੋਲੀ ਜਾਂਦੀ ਹੈ। ਬਿਨਾਂ ਮਤਲਬ ਤੋਂ ਹੀ ਮਨੁੱਖ ਝੂਠ ਜੇ ਬੋਲ ਰਿਹਾ ਹੈ, ਇਹ ਜੀਵਾ ਦਾ ਸੂਤਕ ਹੈ। ਅੱਖੀ ਸੂਤਕ ਵੇਖਣਾ ਪਰ ਤਰਿਆ ਪਰ ਧਨ ਰੂਪ। ਅੱਖਾਂ ਦਾ ਸੂਤਕ ਕੀ ਹੈ? ਸੂਤਕ ਦਾ ਭਾਵ ਕੀ ਹੈ? ਅਪਵਿੱਤਰਤਾ, ਮਲੀਨਤਾ। ਕਿਸੇ ਦੇ ਘਰ ਬੱਚੇ ਦਾ ਜਨਮ ਹੋ ਗਿਆ, ਜੇ ਬ੍ਰਾਹਮਣ ਦੇ ਘਰ ਬੱਚੇ ਦਾ ਜਨਮ ਹੋਇਆ ਤੇ ਕਹਿੰਦੇ ਵੀ 11 ਦਿਨ ਇਹਦਾ ਘਰ ਅਪਵਿੱਤਰ ਹੈ। ਜੇ ਖੱਤਰੀ ਦੇ ਘਰ ਬੱਚੇ ਦਾ ਜਨਮ ਹੋਇਆ ਤੇ ਕਹਿੰਦੇ ਇਹਦਾ ਘਰ 13 ਦਿਨਾਂ ਲਈ ਅਪਵਿੱਤਰ ਹੈ। ਅੰਨ ਪਾਣੀ ਸਾਰਾ ਕੁਝ ਇਹਨਾਂ ਦਾ ਅਪਵਿੱਤਰ ਹੈ। ਜੇ ਵੈਸ਼ ਦੇ ਘਰ ਬੱਚੇ ਦਾ ਜਨਮ ਹੋਇਆ ਤੇ ਕਹਿੰਦੇ 17 ਦਿਨ ਇਹਦੇ ਘਰ ਅਪਵਿੱਤਰ ਹੈ, ਇਹਦਾ ਅੰਨ ਪਾਣੀ ਅਪਵਿੱਤਰ ਹੈ, ਮੈਲਾ ਹੈ। ਸ਼ੂਦਰ ਦੇ ਘਰ ਕਹਿੰਦੇ 30 ਦਿਨ ਦਾ ਜਿਹੜਾ ਹੈ ਸੂਤਕ ਹੈ। ਮਹਾਰਾਜ ਕਹਿੰਦੇ ਭਾਈ ਉਹ ਸੂਤਕ ਤਾਂ ਨਹੀਂ ਹੈ, ਉਹ ਤਾਂ ਇੱਕ ਤੁਹਾਡਾ ਭਰਮ ਬਣਾਇਆ ਹੋਇਆ ਹੈ। ਤੇ ਉਹਦੇ ਤੋਂ ਮਨੁੱਖ ਤਾਂ ਮੁਕਤ ਹੋ ਸਕਦਾ ਜਦੋਂ ਇਹਨੂੰ ਆਤਮਿਕ ਗਿਆਨ ਹੋ ਜਾਵੇ, ਜਦੋਂ ਇਹਨੂੰ ਸੋਝੀ ਆ ਜਾਵੇ। ਮਹਾਰਾਜ ਫਿਰ ਕਹਿੰਦੇ ਹਾਂ ਸੂਤਕ ਲੱਗਾ ਹੋਇਆ ਹੈ। ਉਹ ਸੂਤਕ ਦਾ ਭਾਵ ਅਪਵਿੱਤਰਤਾ, ਮਲੀਨਤਾ। ਮਨ ਕਾ ਸੂਤਕ ਲੋਭ ਹੈ। ਮਨ ਕਿਵੇਂ ਅਪਵਿੱਤਰ ਹੈ? ਜਦੋਂ ਮਨ ਲਾਲਚੀ ਹੋ ਗਿਆ, ਮਨ ਅਪਵਿੱਤਰ ਹੋ ਗਿਆ ਤੇ ਇਹ ਕੋਈ 10-11 ਦਿਨ ਨਹੀਂ ਰਹਿੰਦਾ। ਪਤਾ ਨਹੀਂ ਕਿੰਨੇ ਜਨਮਾਂ ਦਾ ਮੈਲਾ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸ਼ਾ। ਕਈ ਜਨਮਾਂ ਦਾ ਸੂਤਕ ਲੱਗਾ ਮਨ ਨੂੰ। ਤਾਂ ਜੀਵਾ ਨੂੰ ਸੂਤਕ, ਜੀਵਾ ਕਿਵੇਂ ਅਪਵਿੱਤਰ ਹੈ? ਜਦੋਂ ਸਾਡੀ ਜੀਵਾ ਝੂਠ ਬੋਲੇ ਬਿਨਾਂ ਮਤਲਬ ਤੋਂ। ਮਤਲਬ ਲਾ ਵੀ ਨਹੀਂ, ਝੂਠ ਨਹੀਂ ਬੋਲਣਾ। ਇਹ ਤਾਂ ਆਪਾਂ ਤਾਂ ਬਿਨਾਂ ਮਤਲਬ ਤੋਂ ਬੋਲੀ ਜਾਂਦੇ ਹਾਂ। ਇਹ ਮਨ, ਇਹ ਜੀਵਾ ਦੀ ਅਪਵਿੱਤਰਤਾ ਹੈ, ਜੀਵਾ ਦਾ ਸੂਤਕ ਹੈ। ਅੱਖਾਂ ਦੀ ਅਪਵਿੱਤਰਤਾ, ਅੱਖਾਂ ਦਾ ਸੂਤਕ ਕੀ ਹੈ? ਪਰਾਈ ਧੀ ਭੈਣ ਬਹੂ ਬੇਟੀ ਨੂੰ ਵਕਾਰੀ ਨਿਗਾਹ ਨਾਲ, ਮਾੜੀ ਨਿਗਾਹ ਨਾਲ ਵੇਖਣਾ, ਇਹ ਅੱਖਾਂ ਨੂੰ ਸੂਤਕ ਲੱਗਾ ਹੋਇਆ ਹੈ। ਸੂਤਕ ਦਾ ਭਾਵ ਅਪਵਿੱਤਰਤਾ। ਮਹਾਰਾਜ ਕਹਿੰਦੇ ਤੇਰਾ ਮਨ ਵੀ ਅਪਵਿੱਤਰ, ਤੇਰੀ ਜੀਭਾ ਵੀ ਅਪਵਿੱਤਰ, ਤੇਰੀਆਂ ਅੱਖਾਂ ਵੀ ਹਰ ਸਮੇਂ ਮੈਲੀਆਂ ਹੋ ਰਹੀਆਂ ਨੇ। ਇਹ ਸੂਤਕ ਜਿਹੜਾ ਲੱਗਾ ਇਹਨੂੰ ਲਾਹ ਪਹਿਲਾਂ। ਉਹ ਸੂਤਕ ਤੇ ਗਊ ਮੂਤਰ ਦੇ ਨਾਲ, ਗੰਗਾ ਜਲ ਨਾਲ ਕਹਿਣਾ ਲੈ ਗਿਆ, ਇਹ ਕਿਵੇਂ ਲਾਏਗਾ? ਮਹਾਰਾਜ ਕਹਿੰਦੇ ਅੱਖੀ ਸੂਤਕ ਵੇਖਣਾ ਪਰ ਤਰਿਆ ਪਰ ਧਨ ਰੂਪ। ਪਰਾਏ ਦੇ ਧਨ ਨੂੰ ਜਦੋਂ ਆਪਾਂ, ਸਾਡਾ ਮਨ ਮੈਲਾ ਹੈ, ਸਾਡੀਆਂ ਅੱਖਾਂ ਮੈਲੀਆਂ ਨੇ, ਜੀਭਾ ਮੈਲੀ ਹੈ, ਆਪਾਂ ਕਿਸੇ ਦੀ ਕੋਠੀ ਨੂੰ ਵੇਖਿਆ ਨਾ ਅੱਖਾਂ ਦੇ ਨਾਲ, ਕਿਸੇ ਦੇ ਧਨ ਨੂੰ ਵੇਖਿਆ, ਪ੍ਰਾਪਰਟੀ ਨੂੰ ਵੇਖਿਆ ਤੇ ਅੱਖਾਂ ਵਿੱਚ ਮਲੀਨਤਾ ਆ ਗਈ। ਮਹਾਰਾਜ ਕਹਿੰਦੇ ਇਹ ਤੇਰੇ ਅੱਖਾਂ ਨੂੰ ਸੂਤਕ ਲੱਗਾ ਹੋਇਆ ਹੈ। ਭਾਵ ਇਸ ਤਰ੍ਹਾਂ ਤੇਰੀਆਂ ਅੱਖਾਂ ਅਪਵਿੱਤਰ ਹੋ ਰਹੀਆਂ ਨੇ। ਕੰਨੀ ਸੂਤਕ ਕੰਨ ਪੈ ਲਾਇਤ ਵਾਰੀ ਖਾਏ। ਕੰਨ ਦਾ ਸੂਤਕ ਕਿਹੜਾ ਹੈ? ਕੰਨ ਦੀ ਅਪਵਿੱਤਰਤਾ ਕੀ ਹੈ? ਜੋ ਚੁਗਲੀਆਂ ਸੁਣਦਾ ਹੈ ਕੰਨਾਂ ਦੇ ਨਾਲ ਦੂਜਿਆਂ ਦੀਆਂ, ਤੇ ਚੁਗਲੀ ਸੁਣ ਸੁਣ ਕੇ ਬੜਾ ਖੁਸ਼ ਹੁੰਦਾ, ਚੁਗਲੀਆਂ ਦੀ ਖੱਟੀ ਕਮਾਈ ਖਾਂਦਾ ਹੈ। ਮਹਾਰਾਜ ਕਹਿੰਦੇ ਇਹ ਤੇਰੇ ਕੰਨਾਂ ਦੀ ਅਪਵਿੱਤਰਤਾ, ਕੰਨਾਂ ਦਾ ਸੂਤਕ ਹੋ ਰਿਹਾ ਹੈ। ਨਾਨਕ ਹੰਸਾ ਆਦਮੀ ਬੱਧੇ ਜੰਪੁਰ ਜਾਏ। ਹੰਸ ਵਰਗਾ ਆਦਮੀ ਭਾਵ ਉੱਚੇ ਜੀਵਨ ਵਾਲਾ ਮਨੁੱਖ, ਇਸ ਤਰ੍ਹਾਂ ਜਦੋਂ ਇਹਦਾ ਮਨ ਅਪਵਿੱਤਰ, ਇਹਦੇ ਸਾਰੇ ਸਰੀਰਕ ਇੰਦਰੇ ਅਪਵਿੱਤਰ ਹੋ ਗਏ, ਹੰਸ ਵਰਗਾ ਉੱਚਾ ਜੀਵਨ ਵਿਅਰਥ ਚਲਾ ਗਿਆ। ਬੜਾ ਸੋਹਣਾ ਜੀਵਨ ਮਿਲਿਆ ਸੀ, ਪਰ ਇਹ ਜੀਵ, ਇਹਨੂੰ ਬੰਨ੍ਹ ਕੇ ਜਮਾਂ ਦੀ ਪੂਰੀ ਨੂੰ ਭੇਜਿਆ ਗਿਆ, ਕਿਉਂਕਿ ਇਹਨੇ ਗੁਰੂ ਦਾ ਗਿਆਨ ਨਹੀਂ ਲਿਆ, ਇਹਨੇ ਧਰਮ ਦਾ ਗਿਆਨ ਨਹੀਂ ਲਿਆ, ਇਹਨੇ ਰੱਬ ਦਾ ਗਿਆਨ ਨਹੀਂ ਲਿਆ। ਕਿਉਂਕਿ ਜਦੋਂ ਸਾਨੂੰ ਰੱਬੀ ਗਿਆਨ ਹੋ ਗਿਆ ਤੇ ਮਨੁੱਖ ਇਸ ਤਰ੍ਹਾਂ ਦਾ ਭਰਮ ਨਹੀਂ ਮੰਨਦਾ। ਸਾਡੀ ਜਿਹੜੀ ਗੁਰਮਤ ਦੀ ਮਰਿਆਦਾ ਹੈ, ਗੁਰਮੁਖੋ ਆਪਣੇ ਘਰ ਬੱਚੇ ਦਾ ਜਨਮ ਹੋਵੇ ਕਦੇ ਸੂਤਕ ਪਾਤਕ ਨਹੀਂ ਮੰਨਣਾ। ਬੱਚੇ ਦਾ ਜਨਮ ਹੋਇਆ ਹੈ, ਇਹ ਮਰਿਆਦਾ ਵਿੱਚ ਲਿਖਿਆ ਹੈ। ਜਦੋਂ ਜਿਸ ਬੀਬੀ ਭੈਣ ਨੇ ਬੱਚੇ ਨੂੰ ਜਨਮ ਦਿੱਤਾ ਹੈ, ਜਦੋਂ ਉਹਦੀ ਸਰੀਰਕ ਕਿਰਿਆ ਠੀਕ ਹੋਵੇ, ਉੱਠਣ ਬੈਠਣ ਲੱਗ ਜਾਵੇ,
ਇਸ਼ਨਾਨ ਕਰਨਾ ਹੈ ਤੇ ਬੱਚੇ ਨੂੰ ਲੈ ਕੇ ਗੁਰੂ ਘਰ ਆਉਣਾ, ਕੜਾਹ ਪ੍ਰਸ਼ਾਦੀ ਦੇ ਕਰਨੀ, ਅਰਦਾਸ ਕਰਕੇ ਬੱਚੇ ਦਾ ਨਾਮਕਰਨ ਵੀ ਕਰਨਾ ਹੈ। ਦਿਨ ਕੋਈ ਨਿਸ਼ਚਿਤ ਨਹੀਂ ਹਨ, ਜਿਵੇਂ ਬ੍ਰਾਹਮਣ ਦੇ ਘਰ 11 ਦਿਨ, ਖੱਤਰੀ ਦੇ ਘਰ 13 ਦਿਨ, ਵੈਸ਼ ਦੇ ਘਰ ਜਿਹੜਾ 17 ਦਿਨ ਔਰ ਸ਼ੂਦਰ ਦੇ ਘਰ 30 ਦਿਨ ਕਿਹਾ ਹੈ ਕਿ 30 ਦਿਨ ਉਹ ਬੀਬੀ ਕੋਈ ਕੰਮ ਨਹੀਂ ਕਰ ਸਕਦੀ। ਪਰ ਗੁਰਮਤਿ ਦੇ ਵਿੱਚ ਐਸਾ ਵਿਧਾਨ ਨਹੀਂ। ਗੁਰਮਤਿ ਦੇ ਵਿੱਚ ਮਹਾਰਾਜ ਕਹਿੰਦੇ ਤੁਸੀਂ ਵੀ ਬਾਣੀ ਵੀ ਪੜ੍ਹਨੀ ਹੈ, ਕਿਉਂਕਿ ਬ੍ਰਾਹਮਣ ਇਹ ਵੀ ਕਹਿੰਦਾ ਹੈ ਜਿੰਨੇ ਦਿਨ ਤੁਹਾਡੇ ਘਰ ਸੂਤਕ ਲੱਗਾ ਹੈ ਤੁਸੀਂ ਕੋਈ ਚੰਗਾ ਕਰਮ ਨਹੀਂ ਕਰਨਾ, ਤੁਸੀਂ ਵੇਦ ਨਹੀਂ ਪੜ੍ਹਨੇ, ਤੁਸੀਂ ਕੋਈ ਚੰਗਾ ਕਰਮ ਨਹੀਂ ਕਰਨਾ, ਇਹਦਾ ਤੁਹਾਨੂੰ ਫਲ ਨਹੀਂ ਮਿਲੇਗਾ। ਪਰ ਪਾਤਸ਼ਾਹ ਕਹਿੰਦੇ ਭਾਈ ਤੁਹਾਡੇ ਸਰੀਰ ਦੀ ਕੋਈ ਵੀ ਹਾਲਤ ਹੈ, ਤੁਸੀਂ ਬਾਣੀ ਦਾ ਲੜ ਨਹੀਂ ਛੱਡਣਾ। ਭਾਵੇਂ ਤੁਸੀਂ ਇਸ਼ਨਾਨ ਨਹੀਂ ਕਰ ਸਕੇ, ਬੰਦੇ ਦਾ ਸਰੀਰ ਕਈ ਵਾਰ ਢਿੱਲਾ ਮੱਠਾ ਹੈ, ਬੁਖਾਰ ਹੈ, ਕੋਈ ਗੱਲ ਹੈ, ਉਹ ਨਹੀਂ ਉੱਠ ਸਕਿਆ ਮੰਜੇ ਤੋਂ, ਲੰਮਾ ਪਿਆ ਵੀ ਬਾਣੀ ਪੜ੍ਹ ਸਕਦਾ, ਨਿਤਨੇਮ ਆਪਣਾ ਕਰ ਸਕਦਾ ਹੈ। ਸਾਡੀ ਕਿਸੇ ਬੀਬੀ ਭੈਣ ਦੇ ਘਰ ਬੱਚੇ ਨੇ ਜਨਮ ਲਿਆ ਹੈ, ਉਹ ਮੰਜੇ ਤੋਂ ਨਹੀਂ ਉੱਠ ਸਕਦੀ, ਇਸ਼ਨਾਨ ਨਹੀਂ ਕਰ ਸਕਦੀ, ਉਹ ਵੀ ਬਾਣੀ ਪੜ੍ਹ ਸਕਦੀ ਹੈ। ਉਹ ਲੰਮੀ ਪੈ ਕੇ ਵੀ ਬਾਣੀ ਪੜ੍ਹ ਸਕਦੀ, ਬੈਠ ਕੇ ਵੀ ਪੜ੍ਹ ਸਕਦੀ, ਇਹਦੇ ਵਿੱਚ ਕੋਈ ਇਤਰਾਜ਼ ਨਹੀਂ। ਬ੍ਰਾਹਮਣ ਨੇ ਇਹ ਭਰਮ ਬਣਾਤਾ ਸੀ ਕਿ ਉਹ ਬੀਬੀ ਨਾ ਕੋਈ ਚੰਗਾ ਕਰਮ ਕਰ ਸਕਦੀ ਹੈ, ਨਾ ਕੋਈ ਮੰਤਰ ਪੜ੍ਹ ਸਕਦੀ ਹੈ, ਤੁਸੀਂ ਕੋਈ ਚੰਗਾ ਕਰਮ ਨਹੀਂ ਕਰ ਸਕਦੇ, ਕਿਉਂਕਿ ਤੁਹਾਡਾ ਘਰ ਅਪਵਿੱਤਰ ਹੋ ਗਿਆ ਬੱਚੇ ਦੇ ਜਨਮ ਨਾਲ ਜਾਂ ਕਿਸੇ ਪ੍ਰਾਣੀ ਦੇ ਚੜ੍ਹਾਈ ਕਰਨ ਨਾਲ। ਸਾਨੂੰ ਤਾਂ ਮਹਾਰਾਜ ਨੇ ਵੇਖੋ ਬੜੀ ਸੁੰਦਰ ਮਰਿਆਦਾ ਦਿੱਤੀ, ਪ੍ਰਾਣੀ ਦਾ ਸੰਸਕਾਰ ਕਰਕੇ ਵੀ ਆਉਂਦੇ ਤੇ ਮਹਾਰਾਜ ਨੇ ਭਰਮ ਖਤਮ ਕੀਤਾ। ਤੁਸੀਂ ਇਹੀ ਕਹਿਣਾ ਹੈ ਵਾਹਿਗੁਰੂ ਤੇਰਾ ਭਾਣਾ ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਤੇ ਕੜਾਹ ਪ੍ਰਸ਼ਾਦੀ ਦੇਗ ਵਰਤਦੀ ਹੈ। ਇਹ ਕੜਾਹ ਪ੍ਰਸ਼ਾਦੀ ਦੇਗ ਜਿਹੜਾ ਇਹ ਹੈ, ਪਹਿਲਾਂ ਬੜੇ ਖੁਸ਼ੀ ਦੇ ਸਮੇਂ ਜਿਹੜਾ ਹੈ ਉਸ ਸਮੇਂ ਕੜਾਹ ਵਰਤਾਇਆ ਜਾਂਦਾ ਸੀ। ਇਹ ਕੜਾਹ ਦੀ ਮਰਿਆਦਾ ਤਾਂ ਹਿੰਦੂ ਧਰਮ ਦੇ ਅੰਦਰ ਵੀ ਹੈ, ਪਰ ਉਹ ਕੜਾਹ ਕਰਦੇ ਨੇ, ਆਪਾਂ ਇਹਨੂੰ ਦੇਗ ਪ੍ਰਸ਼ਾਦ ਕਿਉਂਕਿ ਬਾਣੀ ਪੜ੍ਹ ਕੇ ਤਿਆਰ ਹੁੰਦੀ ਹੈ। ਆਪਾਂ ਵੇਖਿਆ ਤੁਸੀਂ ਪਹਿਲਾਂ ਪਿੰਡਾਂ ਦੇ ਵਿੱਚ ਵਿਆਹ ਸ਼ਾਦੀਆਂ ਵਿੱਚ ਵੀ ਕੜਾਹ ਕਰਕੇ ਦਿੱਤਾ ਜਾਂਦਾ ਸੀ, ਬਹੁਤ ਖੁਸ਼ੀ ਦੇ ਸਮੇਂ ਕੜਾਹ ਵੰਡਿਆ ਜਾਂਦਾ ਸੀ। ਇੱਧਰ ਪ੍ਰਾਣੀ ਚੜ੍ਹਾਈ ਕਰ ਗਿਆ ਤੇ ਗੁਰਸਿੱਖ ਤਾਂ ਵੀ ਕੜਾਹ ਪ੍ਰਸ਼ਾਦੀ ਦੇਗ ਵਰਤ ਰਹੇ ਨੇ, ਕਿਉਂਕਿ ਮਹਾਰਾਜ ਨੇ ਭਰਮ ਚੋਂ ਕੱਢ ਦਿੱਤਾ ਕਿ ਅਸੀਂ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਰਹਿਣਾ ਹੈ, ਉਹਦੇ ਭਾਣੇ ਦੇ ਵਿੱਚ ਚੱਲਣਾ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੜਾ ਉੱਚਾ ਜੀਵਨ ਮਿਲਿਆ ਸੀ, ਪਰ ਇਹਨੂੰ ਗਿਆਨ ਨਹੀਂ ਮਿਲਿਆ ਸਹੀ, ਇਸ ਕਰਕੇ ਹੰਸ ਵਰਗਾ ਉੱਚਾ ਜੀਵਨ ਇਹ ਜੀਵ ਆਪਣਾ ਵਿਅਰਥ ਗਵਾ ਕੇ ਜਮਾਂ ਦੀ ਪੁਰੀ ਨੂੰ ਚਲਾ ਗਿਆ। ਸਤਿਗੁਰੂ ਮੈਂ ਆਰਾਮਤ ਕਰਨ, ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਕਮਾ ਕੇ ਗੁਰਮਤਿ ਦੀ ਸੋਝੀ ਦੇ ਵਿੱਚ ਚੱਲ ਕੇ ਆਪਾਂ ਲਾਹਾ ਲੈ ਸਕੀਏ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।